Hanji students, so today we will start the third poem, The Echoing Green, written by William Blake. So firstly, name of the poem, title, The Echoing Green. Echo means ਹੁੰਦਾ ਜਦੋਂ ਆਪਣੀ ਆਵਾਜ਼ ਗੂੰਜਦੀ ਹੈ, ਆਪਾਂ ਨੂੰ ਆਪਣੀ ਆਵਾਜ਼ ਵਾਪਸ ਸੁਣਾਈ ਦਿੰਦੀ ਹੈ, that means echo. ਠੀਕ ਹੈ, green. So here green refers to open space. ਠੀਕ ਹੈ, ਇਸ ਨੂੰ ਕਹਿ ਲਓ ਇੱਕ open green ਮੈਦਾਨ. ਠੀਕ ਹੈ, so echoing green ਇਹ ਕੀ ਆਪਣਾ poem ਦਾ name ਹੈ. So this is written by William Blake. Now let's start with the introduction of the poem. The Echoing Green has been taken from Blake's Songs of Innocence. So Blake है जो विलियम ब्लेक उसने अपनी बुक लिखी है Songs of Innocence ਉਹਦੇ ਵਿੱਚੋਂ ਇਹ ਲਿਆ ਗਿਆ Echoing Green. The poem can also be read as an extended metaphor for the progress of human life through its different stages. ਠੀਕ ਹੈ, ਮੈਟਾਫਰ ਕੀ ਹੁੰਦਾ ਹੈ? ਜਦੋਂ ਆਪਾਂ ਕਿਸੇ ਚੀਜ਼ ਦੀ ਤੁਲਨਾ ਕਰਦੇ ਹਾਂ ਕਿਸੇ ਦੂਸਰੀ ਚੀਜ਼ ਦੇ ਨਾਲ, ਉਸਨੂੰ ਮੈਟਾਫਰ ਕਹਿੰਦੇ ਹਾਂ ਆਪਾਂ. ਠੀਕ ਹੈ, ਸੋ ਇਸ ਦੇ ਵਿੱਚ ਕੀ ਹੈ, ਜਿਹੜੀ ਹਿਊਮਨ ਲਾਈਫ ਦੀ ਪ੍ਰੋਗਰੈਸ ਹੈ, ਜੋ ਹਿਊਮਨ ਲਾਈਫ ਦੀ ਡਿਵੈਲਪਮੈਂਟ ਆ, ਕਿਵੇਂ ਕਿਵੇਂ ਡਿਫਰੈਂਟ ਸਟੇਜਸ ਆਉਂਦੇ ਆ, ਪੜਾਅ ਆਉਂਦੇ ਆ ਆਪਣੀ ਲਾਈਫ ਦੇ ਵਿੱਚ, ਉਸ ਬਾਰੇ ਕੀ ਹੈ ਇਹ ਪੋਇਮ ਹੈ. ਠੀਕ ਹੈ, the open green space comes alive with the cheerful shouts of children and the songs of the birds. ਸੋ ਜੋ ਗ੍ਰੀਨ ਹੈ, ਓਪਨ ਗ੍ਰੀਨ ਸਪੇਸ ਹੈ, ਉਹ ਕੀ ਹੈ, ਉਹਦੇ ਵਿੱਚ ਲਾਈਵ ਆ ਜਾਂਦੀ ਹੈ, ਲਾਈਫ ਆ ਜਾਂਦੀ ਹੈ ਕਿਹਦੇ ਨਾਲ? ਚੀਅਰਫੁਲ ਸ਼ਾਊਟਸ ਆਫ ਚਿਲਡਰਨ, ਉੱਥੇ ਬੱਚੇ ਖੇਡਣ ਆਉਂਦੇ, ਉਹਨਾਂ ਦੀਆਂ ਜਿਹੜੀਆਂ ਆਵਾਜ਼ਾਂ ਹੁੰਦੀਆਂ ਉਸਦੇ ਸ਼ੋਰ ਨਾਲ ਉਸ ਸਪੇਸ ਦੇ ਵਿੱਚ ਜਾਨ ਆ ਜਾਂਦੀ ਹੈ. ਐਂਡ ਦ ਸੌਂਗਸ ਆਫ ਦ ਬਰਡਸ, ਜਿਹੜੇ ਉੱਥੇ ਬਰਡਸ ਰਹਿ ਰਹੇ ਹੁੰਦੇ ਆ ਉਸਦੇ ਸੌਂਗਸ ਦੇ ਨਾਲ ਵੀ. ਐਜ਼ ਦ ਚਿਲਡਰਨ ਪਲੇ ਦ ਓਲਡਰ ਪੀਪਲ ਰਿਲੈਕਸ ਅੰਡਰ ਦ ਓਕ ਟਰੀ. ਅਤੇ ਜਿਵੇਂ ਜਿਵੇਂ ਉੱਥੇ ਚਿਲਡਰਨ ਖੇਡਦੇ ਆ ਉਸ ਗ੍ਰੀਨ ਸਪੇਸ ਦੇ ਵਿੱਚ, ਜਿਹੜੇ ਉੱਥੇ ਓਲਡ ਪੀਪਲ ਹੁੰਦੇ ਆ ਉੱਥੇ ਰਿਲੈਕਸ ਕਰਨ ਦੇ ਲਈ ਆਉਂਦੇ ਆ. ਉੱਥੇ ਇੱਕ ਓਕ ਟਰੀ ਹੁੰਦਾ ਹੈ, ਓਕ ਟਰੀ ਇਨ ਪੰਜਾਬੀ ਯੂ ਸੇ ਅੱਕ ਦਾ ਟਰੀ. ਠੀਕ ਹੈ, these old people feel happy as they watch the children at play. ਸੋ ਜਿਹੜੇ ਓਲਡ ਪੀਪਲ ਉੱਥੇ ਆਏ ਹੁੰਦੇ ਉਹਨਾਂ ਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਉਹਨਾਂ ਬੱਚਿਆਂ ਨੂੰ ਖੇਡਦੇ ਹੋਏ ਦੇਖ ਕੇ. they are reminded of their own childhood. ਸੋ ਉਹਨਾਂ ਬੱਚਿਆਂ ਨੂੰ ਦੇਖ ਕੇ ਉਹ ਆਪਣਾ ਜਿਹੜਾ ਬਚਪਨ ਯਾਦ ਕਰਦੇ ਹੈ. ਰਾਈਟ, as old John does laugh away care, he shakes off the problems of his day to day life from the time being. ਸੋ this line ਹੈ ਜੋ ਸਟੈਂਜ਼ਾ ਦੇ ਵਿੱਚੋਂ ਲਈ ਗਈ ਹੈ ਇਹ, ਐਜ਼ ਓਲਡ ਜੌਨ ਡਜ਼ ਲਾਫ ਅਵੇ ਕੇਅਰ. ਠੀਕ ਹੈ, ਜਦੋਂ ਇਹ ਆਪਣੀ ਪੋਇਮ ਦੇ ਵਿੱਚ ਲਾਈਨ ਆਊਗੀ ਆਈ ਵਿਲ ਐਕਸਪਲੇਨ ਐਟ ਦੈਟ ਟਾਈਮ. ਠੀਕ ਹੈ, ਹੀ ਸ਼ੇਕਸ ਆਫ ਦ ਪ੍ਰੋਬਲਮਸ ਆਫ ਹਿਸ ਡੇ ਟੂ ਡੇ ਲਾਈਫ ਫॉर ਦ ਟਾਈਮਿੰਗ. ਮੀਨਸ ਜਿਹੜੇ ਉੱਥੇ ਓਲਡ ਲੋਕ ਬੈਠੇ ਹੁੰਦੇ ਆ, ਮੀਨਸ ਉਹ ਬਹੁਤ ਹੀ ਖੁਸ਼ ਮਹਿਸੂਸ ਕਰ ਰਹੇ ਹੁੰਦੇ ਆ, ਖੁਸ਼ੀ ਮਹਿਸੂਸ ਕਰ ਰਹੇ ਹੁੰਦੇ ਆ. ਜਿਹੜੀਆਂ ਉਹਦੇ ਡੇਲੀ ਟੂ ਡੇਲੀ ਲਾਈਫ ਦੇ ਵਿੱਚ ਹੁੰਦੀਆਂ ਚੀਜ਼ਾਂ ਉਹਨਾਂ ਨੂੰ ਕੀ ਹੈ ਇੱਕ ਪਲ ਦੇ ਲਈ ਭੁਲਾ ਦਿੰਦੇ ਆ ਉੱਥੇ ਜਦੋਂ ਆਉਂਦੇ ਆ. ਠੀਕ ਹੈ, ਹੀ ਦਸ ਸ਼ੇਅਰਸ ਦ ਕੇਅਰ ਫਰੀ ਲਾਫਟਰ ਆਫ ਦ ਚਿਲਡਰਨ. ਅਤੇ ਉਹ ਕੀ ਹੈ, ਕੇਅਰ ਫਰੀ ਹੁੰਦੇ ਆ ਨਾ, ਬੇਪਰਵਾਹ ਬੱਚਿਆਂ ਦਾ ਜਿਹੜਾ ਲਾਫਟਰ ਹੁੰਦਾ ਉਹ ਕੀ ਹੈ ਸ਼ੇਅਰ ਕਰਦਾ ਇੱਥੇ ਪੋਇਮ ਦੇ ਥਰੂ. No negative emotion of fear, despair, pain or grief ruffles the peace and serenity of the green. ਸੋ ਕੋਈ ਵੀ ਨੈਗੇਟਿਵ ਇਮੋਸ਼ਨ, ਡਰ ਦਾ, ਡਿਸਪੇਅਰ, ਹੋਪਲੈਸਨੈਸ, ਪੇਨ ਜਾਂ ਗਰੀਫ ਦਾ ਜਿਹੜਾ ਸ਼ਾਂਤੀ ਹੈ ਗ੍ਰੀਨ ਏਰੀਆ ਦੀ, ਉੱਥੇ ਉਹ ਭੰਗ ਨਹੀਂ ਕਰਦਾ, ਕੋਈ ਨੈਗੇਟਿਵ ਇਮੋਸ਼ਨ ਨਹੀਂ ਦਿਖਾਇਆ. ਠੀਕ ਹੈ, after spending the fun-filled day on the green, the children return home at sunset. ਸੋ ਮੀਨ ਸਾਰਾ ਦਿਨ ਖੇਡ ਕੇ ਜਿਹੜੇ ਬੱਚੇ ਆ ਸ਼ਾਮ ਨੂੰ ਜਦੋਂ ਸੂਰਜ ਢਲਦਾ ਆਪਣੇ ਵਾਪਸ ਘਰ ਜਾਂਦੇ ਆ. they are tired but fulfilled. ਉਹ ਥੱਕ ਜਾਂਦੇ ਆ ਬਟ ਉਹ ਬਹੁਤ ਹੀ ਸੰਤੁਸ਼ਟ ਹੁੰਦੇ ਆ, ਉਹ ਆਪਣਾ ਪੂਰਾ ਖੁੱਲ੍ਹ ਕੇ ਖੇਡ ਕੇ ਗਏ ਹੁੰਦੇ ਆ ਚਾਹੇ ਥੱਕ ਗਏ ਆ. they go home to the protective warmth of their mother's laps in the evenings. ਅਤੇ ਸ਼ਾਮ ਨੂੰ ਜਾ ਕੇ ਆਪਣੀਆਂ ਪ੍ਰੋਟੈਕਟਿਵ ਮਦਰਸ ਦੀਆਂ ਬਾਹਾਂ ਦੇ ਵਿੱਚ ਜਾ ਕੇ ਉਹ ਰੈਸਟ ਕਰਦੇ ਆ ਖੇਡਣ ਤੋਂ ਬਾਅਦ. ਠੀਕ ਹੈ ਜੀ, ਨਾਓ ਵੀ ਸਟਾਰਟ ਵਿਦ ਦ ਲਾਈਨ ਟੂ ਲਾਈਨ ਐਕਸਪਲੇਨੇਸ਼ਨ ਆਫ ਦ ਪੋਇਮ. ਦ ਸਨ ਡਜ਼ ਅਰਾਈਜ਼ ਐਂਡ ਮੇਕ ਹੈਪੀ ਦ ਸਕਾਈਜ਼. ਸੋ ਜਿਹੜਾ ਸੂਰਜ ਹੈ ਉਹ ਜਦੋਂ ਚੜ੍ਹਦਾ ਆ, ਠੀਕ ਹੈ, ਐਂਡ ਮੇਕ ਹੈਪੀ ਦ ਸਕਾਈਜ਼, ਜਿਹੜੇ ਸਕਾਈਜ਼ ਹੁੰਦੇ ਆ, ਜਿਹੜਾ ਆਸਮਾਨ ਹੈ ਉਹਨੂੰ ਕੀ ਹੈ ਖੁਸ਼ੀ ਪ੍ਰਦਾਨ ਕਰਦਾ. ਖੁਸ਼ੀ ਪ੍ਰਦਾਨ ਕਿਵੇਂ ਕਰਦਾ? ਮੀਨਸ ਜਦੋਂ ਹੀ ਸਨਰਾਈਜ਼ ਹੁੰਦਾ ਹਨੇਰਾ ਦੂਰ ਹੋ ਜਾਂਦਾ ਹੈ, ਅਸਮਾਨ ਦੇ ਵਿੱਚ ਰੋਸ਼ਨੀ ਆਉਂਦੀ ਹੈ, ਦੈਟਸ ਵਾਈ ਅਸਮਾਨ ਖੁਸ਼ ਹੁੰਦਾ. ਠੀਕ ਹੈ, ਇਹਦਾ ਅਗਰ ਡੀਪਰ ਮੀਨਿੰਗ ਦੇਖਣਾ ਵੀ ਇਨ ਦ ਸਟਾਰਟਿੰਗ ਰੈਡ ਕਿ ਜਿਹੜਾ ਇਹ ਮੈਟਾਫਰ ਹੈ ਸਟੇਜਸ ਦੀਆਂ, ਜਿਹੜੀਆਂ ਲਾਈਫ ਦੀਆਂ ਸਟੇਜਸ ਆ ਉਹ ਡਿਪਿਕਟ ਕਰ ਰਿਹਾ ਪੋਇਟ, ਹੈ ਨਾ. ਸੋ ਸਨਰਾਈਜ਼ਿਜ਼ ਮੀਨਸ ਇੱਥੇ ਇਹਦਾ ਮਤਲਬ ਹੈ ਬਰਥ ਤੋਂ, ਬਰਥ ਪਹਿਲੀ ਸਟੇਜ ਆ ਲਾਈਫ ਦੀ, ਆਪਣਾ ਜਨਮ ਹੁੰਦਾ. ਰਾਈਟ, ਦ ਮੈਰੀ ਬੈਲਜ਼ ਰਿੰਗ ਟੂ ਦ ਵੈਲਕਮ ਦ ਸਪਰਿੰਗ. ਸੋ ਜਿਹੜੀਆਂ ਮੈਰੀ ਬੈਲਜ਼ ਨੇ, ਜਿਹੜੀਆਂ ਕੁਦਰਤ ਦੇ ਵਿੱਚ ਬੈਲਜ਼ ਨੇ, ਉਹ ਕੀ ਆ ਵੱਜਦੀਆਂ ਨੇ ਅਤੇ ਵੈਲਕਮ ਕਰਦੀਆਂ ਸਪਰਿੰਗ ਸੀਜ਼ਨ ਨੂੰ.
ਬੈਲਜ਼ ਹੇਅਰ ਮੀਨਸ ਟੂ ਦ ਐਨੀ ਕਾਈਂਡ ਆਫ ਸਾਊਂਡਸ ਇਨ ਦ ਨੇਚਰ, ਕੋਈ ਵੀ ਸਾਊਂਡਸ ਨੇਚਰ ਦੇ ਵਿੱਚ ਹੋਣ, ਲਾਈਕ ਜਿਵੇਂ ਬੱਚਿਆਂ ਦੀਆਂ ਆਵਾਜ਼ਾਂ, ਠੀਕ ਹੈ, ਹਵਾ ਦੀ ਆਵਾਜ਼, ਪੰਛੀਆਂ ਦੀ ਆਵਾਜ਼, ਠੀਕ ਹੈ, ਜੋ ਵੀ ਸਾਊਂਡਸ ਹੁੰਦੀਆਂ ਨੇਗੀਆਂ ਉਹ ਕੀ ਹੈ ਮੈਰੀ ਬੈਲਜ਼ ਦੇ ਵਿੱਚ ਇਨਕਲੂਡ ਕਰ ਸਕਦੇ ਆਪਾਂ, ਠੀਕ ਹੈ। ਅਤੇ ਉਹ ਸਪਰਿੰਗ ਨੂੰ ਵੈਲਕਮ ਕਰਦੀਆਂ। ਦ ਸਕਾਈਲਾਰਕ ਐਂਡ ਥਰਸ਼ ਦ ਬਰਡਸ ਆਫ ਦ ਬੁਸ਼, ਸਕਾਈਲਾਰਕ ਐਂਡ ਥਰਸ਼ ਕੀ ਹੈ, ठीक है, दीज आर नेम्स ऑफ द बर्ड्स, ये दोनों के बर्ड्स के नाम है। द बर्ड्स ऑफ द बुश सिंग लाउडर अराउंड टू द बैल्स चीयरफुल साउंड, सो ये जेडे दोनों बर्ड्स है वो की है ट्रीज़ के उपर रहने वाले बर्ड्स है, ठीक है, वो की है बहुत लाउडली सिंग करते हैं, ठीक है, वो भी की है गाना गाते हैं सवेरे। टू द बैल्स चीयरफुल साउंड, ਜਿਹੜੀਆਂ ਦੂਸਰੀਆਂ ਸਾਊਂਡਸ ਆਪਾਂ ਨੂੰ ਸੁਣਾਈ ਦਿੰਦੀਆਂ ਨੇ ਉਹਨਾਂ ਦੇ ਵਿੱਚ ਆਪਦਾ ਯੋਗਦਾਨ ਪਾਉਂਦੇ ਆ ਉਹ ਵੀ ਕੀ ਹੈ ਸੌਂਗ ਸਿੰਗ ਕਰਦੇ ਆ, ਠੀਕ ਹੈ। ਵਾਈਲ ਆਰ ਸਪੋਰਟਸ ਸ਼ੈਲ ਬੀ ਸੀਨ ਔਨ ਦ ਇਕੋਇੰਗ ਰਿੰਗ, ਠੀਕ ਹੈ। ਸੋ ਪਹਿਲਾਂ ਤਾਂ ਉਹ ਨੇਚਰ ਬਾਰੇ ਗੱਲ ਕਰ ਰਿਹਾ ਪੋਇਟ, ਦੈਨ ਇਜ਼ ਹੀ ਸੇਇੰਗ ਕਿ ਆਰ ਸਪੋਰਟਸ ਸ਼ੈਲ ਬੀ ਸੀਨ ਔਨ ਦ ਇਕੋਇੰਗ ਗ੍ਰੀਨ, ਜਿਹੜੀਆਂ ਉੱਥੇ ਸਪੋਰਟਸ ਚੱਲ ਰਹੀਆਂ ਮੀਨਸ ਜੋ ਬੱਚੇ ਉੱਥੇ ਖੇਡ ਰਹੇ ਆ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਇਕੋਇੰਗ ਗ੍ਰੀਨ ਦੇ ਵਿੱਚ, ਠੀਕ ਹੈ। ਇਕੋਇੰਗ ਗ੍ਰੀਨ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਡਿਸਕ੍ਰਾਈਬ ਕਰਤਾ ਸੀਗਾ। ओल्ड जॉन विद वाइट हेयर डज लाफ अवे केयर, देखो आ लाइन आ गई इत्थे जिहड़ी मैं उत्थे लीव कीती सी। ओल्ड जॉन मीनस ओल्ड एज का बंदा है जॉन, ठीक है। विद वाइट हेयर सिग्नीफाइज के ही इज़ ऑफ ओल्ड एज। डज लाफ अवे केयर के मीनस वो इस चीज़ ਨੂੰ ਕੀ ਹੈ ਆਪਦਾ ਆਪਣੇ ਤੋਂ ਦੂਰ ਕਰ ਦਿੰਦਾ, ਇਸ ਤੋਂ ਕੇਅਰ ਫਰੀ ਹੋ ਜਾਂਦਾ ਕਿਸ ਚੀਜ਼ ਤੋਂ ਕਿ ਉਹ ਹੀ ਹੈਜ਼ ਬੀਨ ਓਲਡ, ਕਿ ਓਲਡ ਹੋ ਚੁੱਕਿਆ ਹੈ, ਠੀਕ ਹੈ। ਜਦੋਂ ਬੁਢਾਪਾ ਆਉਂਦਾ ਹਰੇਕ ਬੰਦਾ ਟੈਨਸ਼ਨ ਦੇ ਵਿੱਚ ਹੁੰਦਾ, ਬਟ ਜਦੋਂ ਉਸ ਟਾਈਮ ਦੇ ਵਿੱਚ ਉੱਥੇ ਬੈਠੇ ਹੁੰਦੇ ਆ ਗ੍ਰੀਨ ਏਰੀਆ ਦੇ ਵਿੱਚ ਉਹ ਕੇਅਰ ਫਰੀ ਹੋ ਜਾਂਦਾ ਇਸ ਚੀਜ਼ ਤੋਂ ਕਿ ਉਹ ਓਲਡ ਹੋ ਚੁੱਕਿਆ, ਠੀਕ ਹੈ। ਉਹ ਲਾਫ ਆਊਟ ਕਰ ਦਿੰਦਾ ਇਸ ਚੀਜ਼ ਨੂੰ, ਇਸ ਚੀਜ਼ ਤੋਂ ਪਰੇ ਹੋ ਜਾਂਦਾ ਆ। ਸਿਟਿੰਗ ਅੰਡਰ ਦ ਓਕ ਅਮੰਗ ਦ ਓਲਡ ਫੋਕ, ਅਤੇ ਕੀ ਉੱਥੇ ਜਿਹੜਾ ਓਕ ਟਰੀ ਹੁੰਦਾ ਉੱਥੇ ਬੈਠੇ ਹੁੰਦੇ ਆ ਉਹ, ਠੀਕ ਹੈ, ਦੂਸਰੇ ਓਲਡ ਜਿਹੜੇ ਲੋਕ ਹੁੰਦੇ ਆ ਉਹਨਾਂ ਦੇ ਨਾਲ। ਦੇ ਲਾਫ ਐਟ ਆਰ ਪਲੇ, ਅਤੇ ਉਹ ਕੀ ਹੈ ਉੱਥੇ ਸਾਡੇ ਜਿਹੜੇ ਪਲੇ ਦੇ ਉੱਪਰ ਹੱਸਦੇ ਆ, ਜੋ ਬੱਚੇ ਖੇਡ ਰਹੇ ਹੁੰਦੇ ਆ ਉਹਨਾਂ ਨੂੰ ਦੇਖ ਕੇ ਉਹ ਖੁਸ਼ ਹੋ ਰਹੇ ਹੁੰਦੇ ਆ। ਐਂਡ ਸੂਨ ਦੇ ਆਲ ਸੇ ਸੱਚ ਵਰ ਦ ਜੋਇਜ਼ ਵੈਨ ਵੀ ਆਲ ਗਰਲਜ਼ ਐਂਡ ਬॉयज़ ਇਨ ਆਰ ਯੂਥ ਟਾਈਮ ਵਰ ਸੀਨ ਔਨ ਦ ਇਕੋਇੰਗ ਰਿੰਗ। ਬੱਚੇ ਫਸਟ ਸਟੈਂਜ਼ਾ ਦੇ ਵਿੱਚ ਵੀ ਸਟੱਡੀਡ ਅਬਾਊਟ ਦ ਬਰਥ, ਠੀਕ ਹੈ, ਆਪਾਂ ਉਹਦੇ ਵਿੱਚ ਕੀ ਹੈ ਮੀਨਸ ਜਦੋਂ ਬੱਚੇ ਦਾ ਜਨਮ ਹੁੰਦਾ ਜਾਂ ਕੋਈ ਬਰਥ ਬਾਰੇ ਗੱਲ ਕੀਤੀ ਹੈ ਨਾ, ਸਨਰਾਈਜ਼ ਤੋਂ ਕੀ ਹੈ ਦਿਨ ਚੜ੍ਹਦਾ, ਸ਼ੁਰੂਆਤ ਹੁੰਦੀ ਹੈ, ਬਰਥ ਕੀ ਹੈ ਸ਼ੁਰੂਆਤ ਹੈ ਜ਼ਿੰਦਗੀ ਦੀ। ਸੋ ਫਸਟ ਸਟੈਂਜ਼ਾ ਦੇ ਵਿੱਚ ਆਪਾਂ ਉਹ ਚੀਜ਼ ਡਿਸਕਸ ਕੀਤੀ। ਹੁਣ ਜਿਹੜਾ ਇਹ ਸਟੈਂਜ਼ਾ ਇਹਦੇ ਵਿੱਚ ਕੀ ਹੈ ਸੈਕਿੰਡ ਸਟੇਜ ਜੋ ਇੱਥੇ ਪੋਇਟ ਰੈਫਰ ਕਰ ਰਿਹਾ ਦੈਟ ਇਜ਼ ਆਫ ਓਲਡ ਏਜ, ਠੀਕ ਹੈ, ਓਲਡ ਏਜ ਬਾਰੇ ਗੱਲ ਕਰ ਰਿਹਾ। ਐਂਡ ਸੂਨ ਦੇ ਆਲ ਸੇ, ਅਤੇ ਇਦੋਂ ਬਾਅਦ ਜਿਹੜੇ ਉੱਥੇ ਓਲਡ ਪੀਪਲ ਬੈਠੇ ਹੁੰਦੇ ਉਹ ਕੀ ਕਹਿੰਦੇ ਆ, ਸੱਚ ਵਰ ਦ ਜੋਇਜ਼ ਵੈਨ ਵੀ ਆਲ ਗਰਲਜ਼ ਐਂਡ ਬॉयज़ ਇਨ ਆਰ ਯੂਥ ਟਾਈਮ ਵਰ ਸੀਨ ਔਨ ਦ ਇਕੋਇੰਗ ਗ੍ਰੀਨ। ਸੋ ਮੀਨਸ ਉੱਥੇ ਕੀ ਆ ਉਹ ਬੈਠ ਕੇ ਯਾਦ ਕਰਦੇ ਕਿ ਆਪਣੇ ਵੀ ਇੱਦਾਂ ਦਿਨ ਸੀ ਕਿ ਆਪਾਂ ਵੀ ਇੱਦਾਂ ਬੱਚੇ ਹੁੰਦੇ ਸੀ, ਆਪਾਂ ਵੀ ਗਰਲਸ ਅਤੇ ਬॉयज़ ਹੁੰਦੇ ਸੀਗੇ, ਠੀਕ ਹੈ, ਆਪਣਾ ਵੀ ਯੂਥ ਟਾਈਮ ਸੀਗਾ, ਆਪਾਂ ਵੀ ਯੰਗ ਸੀ, ਠੀਕ ਹੈ। ਮੀਨਸ ਆਪਣੇ ਦਿਨ ਯਾਦ ਕਰ ਰਹੇ ਆ ਉੱਥੇ ਬੱਚਿਆਂ ਨੂੰ ਦੇਖ ਕੇ ਉਹ ਔਨ ਦਾ ਇਕੋਇੰਗ ਗ੍ਰੀਨ, ਅਤੇ ਆਪਣੇ ਵੀ ਜਿਹੜਾ ਉਹ ਆਪਣਾ ਉਹਨਾਂ ਬੱਚਿਆਂ ਦੇ ਥਰੂ ਆਪਣਾ ਜਿਹੜਾ ਬਚਪਨ ਦਾ ਟਾਈਮ ਸੀਗਾ, ਯੂਥ ਦਾ ਟਾਈਮ ਸੀਗਾ ਉਹ ਦੇਖ ਰਹੇ ਸੀਗੇ ਇਕੋਇੰਗ ਗ੍ਰੀਨ ਦੇ ਵਿੱਚ। ਟਿਲ ਦ ਲਿਟਲ ਵਨਸ ਵੀਅਰੀ ਨੋ ਮੋਰ ਕੈਨ ਬੀ ਮੈਰੀ, ਜਿੰਨਾ ਟਾਈਮ ਕੀ ਆ ਉਹ ਥੱਕ ਨਾ ਜਾਂਦੇ, ਮੀਨਸ ਉਹਨਾਂ ਦਾ ਜਿਹੜੀ ਖੁਸ਼ ਹੋ ਰਹੀ ਸੀਗੀ ਉਹ ਚੀਜ਼ ਜਾ ਨਹੀਂ ਰਹੀ, ਕਿ ਮੀਨਸ ਉਹਨਾਂ ਟਾਈਮ ਬਹੁਤ ਖੁੱਲ੍ਹ ਕੇ ਉਹ ਉੱਥੇ ਖੇਡ ਰਹੇ ਸੀ ਜਿੰਨਾ ਟਾਈਮ ਉਹ ਥੱਕ ਨਾ ਜਾਂਦੇ, ਮੀਨਸ ਉਹਨਾਂ ਟਾਈਮ ਉੱਥੇ ਉਹ ਖੇਡਦੇ ਨੇ ਜਿੰਨਾ ਟਾਈਮ ਉਹ ਪੂਰੀ ਤਰ੍ਹਾਂ ਥੱਕ ਨਹੀਂ ਜਾਂਦੇ। ਵੀਅਰੀ ਮੀਨਸ ਟਾਇਰਡਨੈਸ। ਦ ਸਨ ਡਜ਼ ਡਿਸੈਂਡ, ਇਸ ਤੋਂ ਬਾਅਦ ਕੀ ਹੈ ਸਨ ਕੀ ਹੈ ਡਿਸੈਂਡ ਮੀਨਸ ਛੁਪਣਾ ਸ਼ੁਰੂ ਹੋ ਜਾਂਦਾ ਆ। ਸੋ ਦਿਸ ਸਟੇਜ ਆਫ ਲਾਈਫ ਇੱਥੇ ਕਿਹਦੀ ਗੱਲ ਕਰ ਰਹੇ ਹਾਂ ਆਪਾਂ, ਡੈਥ ਦੀ। ਸਨ ਛੁਪਣਾ ਸ਼ੁਰੂ ਹੋ ਗਿਆ ਮੀਨਸ ख़त्म हो रहा दिन, मीन्स डेथ आ रही है, ठीक है। एंड आर स्पोर्ट्स हैव एन एंड, सो ਜਿਹੜੇ ਉਹ ਖੇਡ ਰਹੇ ਸੀ ਉੱਥੇ ਖੇਡਾਂ ਉਹ ਵੀ ख़त्म ਹੋ ਰਹੀਆਂ। ਰਾਊਂਡ ਦ ਲੈਪਸ ਆਫ ਦੇਅਰ ਮਦਰਸ ਮੈਨੀ ਸਿਸਟਰਸ ਐਂਡ ਬ੍ਰਦਰਸ ਲਾਈਕ ਬਰਡਸ ਇਨ ਦੇਅਰ ਨੈਸਟ ਆਰ ਰੈਡੀ ਟੂ ਔਰ ਫॉर ਰੈਸਟ, ਕਿ ਜਿਹੜੇ ਬੱਚੇ ਹੁੰਦੇ ਆ ਉਹ ਵੀ ਕੀ ਆਪਣੀਆਂ ਮਦਰਸ ਦੀਆਂ ਝੋਲੀਆਂ ਵਿੱਚ ਜਾਂਦੇ ਆ, ਇਸ ਤੋਂ ਬਾਅਦ ਖੇਡ ਕੇ ਤੋਂ ਬਾਅਦ ਘਰ ਚਲੇ ਜਾਂਦੇ ਆ ਅਤੇ ਆਪਣੀ ਮਦਰ ਕੋਲ ਜਾ ਕੇ ਉਹਨਾਂ ਦੀ ਗੋਦੀ ਵਿੱਚ ਰੈਸਟ ਕਰਦੇ ਆ, ਠੀਕ ਹੈ। ਲਾਈਕ ਜਿਹੜੇ ਮੈਨੀ ਮੀਨਸ ਬ੍ਰਦਰਸ ਐਂਡ ਸਿਸਟਰ ਜੋ ਉੱਥੇ ਬੱਚੇ ਖੇਡ ਰਹੇ ਸੀ ਉਹ ਵਾਪਸ ਆਪਣੇ ਘਰ ਚਲੇ ਜਾਂਦੇ ਆਪਣੀ ਮਦਰ ਦੀ ਗੋਦੀ ਦੇ ਵਿੱਚ। ਲਾਈਕ ਬਰਡਸ ਇਨ ਦੇਅਰ ਨੈਸਟ ਆਰ ਰੈਡੀ ਫॉर ਰੈਸਟ, ਜਿੱਦਾਂ ਹੀ ਜਿਹੜੇ ਬਰਡਸ ਹੁੰਦੇ ਉਹ ਵੀ ਉੱਥੇ ਨਾ ਗਾ ਰਹੇ ਸੀਗੇ ਸੌਂਗਸ, ਉਹ ਵੀ ਕੀ ਹੈ ਮੀਨ ਸਾਰਾ ਦਿਨ ਇਦੋਂ ਬਾਅਦ ਥਕਾਵਟ ਵਿੱਚ ਆ ਜਾਂਦੇ ਆ ਅਤੇ ਉਹ ਵੀ ਕੀ ਹੈ ਰੈਡੀ ਹੁੰਦੇ ਆ ਰੈਸਟ ਕਰਨ ਦੇ ਲਈ। ਐਂਡ ਸਪੋਰਟਸ ਨੋ ਮੋਰ ਸੀਨ
ਔਨ ਦ ਡਾਰਕਨਿੰਗ ਗ੍ਰੀਨ। ਸੋ ਜਿਹੜੀਆਂ ਸਪੋਰਟਸ ਉੱਥੇ ਹੋ ਰਹੀਆਂ ਸੀਗੀਆਂ, ਜੋ ਖੇਡ ਕੁੱਦ ਹੋ ਰਹੀ ਸੀ, ਉਹ ਉਦੋਂ ਬਾਅਦ ਨਹੀਂ ਦਿਖਦੀ ਉੱਥੇ ਔਨ ਦ ਡਾਰਕਨਿੰਗ ਗ੍ਰੀਨ। ਕੀ ਹੈ, ਜਦੋਂ ਕਿ ਦਿਨ ਢਲਣਾ ਸ਼ੁਰੂ ਹੋ ਜਾਂਦਾ, ਰਾਤ ਪੈਣੀ ਸ਼ੁਰੂ ਹੋ ਜਾਂਦੀ। ਠੀਕ ਹੈ ਜੀ। ਸੋ ਦੈਟ ਵਾਜ਼ ਆਲ ਅਬਾਊਟ ਦਿਸ ਪੋਇਮ। ਇਹਦੇ ਵਿੱਚ ਪੋਇਟ ਨੇ ਆਪਾਂ ਨੂੰ ਅਗਰ ਵਰਡ ਟੂ ਵਰਡ ਐਕਸਪਲੇਨੇਸ਼ਨ ਕਰਦੇ ਹਾਂ ਤਾਂ ਠੀਕ ਹੈ, ਬਟ ਅਗਰ ਆਪਾਂ ਇਨਰ ਮੀਨਿੰਗ ਲੈਣਾ ਇਸ ਪੋਇਮ ਦਾ, ਤਾਂ ਪਹਿਲਾਂ ਤਾਂ ਆਪਾਂ ਨੂੰ ਬੱਚਿਆਂ ਬਾਰੇ ਦੱਸਿਆ ਉਹਨਾਂ ਨੇ, ਠੀਕ ਹੈ, ਫਿਰ 올ਡ ਏਜ ਦੀ ਗੱਲ ਕੀਤੀ ਹੈ, ਠੀਕ ਹੈ। ਅਤੇ ਅਗਰ ਆਪਾਂ ਇਹਨੂੰ ਦੇਖੀਏ ਤਾਂ ਸਿੰਬਲਾਈਜ਼ ਕੀ ਕਰਦਾ ਹੈ, ਸਟਾਰਟਿੰਗ ਵਿੱਚ ਸਨ ਦੀ ਗੱਲ ਕਰਦੇ ਆ, ਮੀਨਸ ਦਿਨ ਦੀ ਸ਼ੁਰੂਆਤ, ਮੀਨਸ ਬਰਥ, ਸ਼ੁਰੂਆਤ ਹੁੰਦੀ ਹੈ, ਦੈਨ 올ਡ ਏਜ ਆਉਂਦੀ ਹੈ, ਦੈਨ ਕੀ ਲਾਸਟ ਦੇ ਵਿੱਚ ਡੈਥ। ਠੀਕ ਹੈ ਜੀ। ਸੋ ਦੈਟ ਵਾਜ਼ ਆਲ ਅਬਾਊਟ ਦਿਸ ਪੋਇਮ।